देश विदेश बसते पंजाबी प्यारिਆਂ ਨੂੰ जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सरदार साहब अज चमासा कहरदा सी ते सियासतदान पसीनो पसीनी। बिल्कुल तुसीं देखिया कि मोहाली दे विच बलविंदर भूंदड़ ते नाल प्रोफैसर प्रेम सिंह चंदू माजरा, परले बन्ने चंडीगढ़ दे विच सुखबीर सिंह बादल वीरपाल दे खिलाफ FIR कराउंदे फिरदे सी ते सुखपाल सिंह खैरा दरबार साहब परिसर दे बाहर प्रैस नूं मिलदे सी और पसीने नाल सारे ही गड़ोच। लेकिन प्राप्ति की हुई ये तुसीं दसो। प्रोफैसर मोहन सिंह होरां दी के लिखत है, वैसे अध्यात्मक तौर नाल जुड़ी है लेकिन दुनियावी लोगों ते टुकदी है। वो कहते कि लखां उंगलां गुंजलां खोल थकियां तेरी जुल्फ दा सीधा नवाल होया। ये जुल्फ जिहड़ी है इन्नी उलझ गई बिल्कुल ये खबरां च आके सिद्धी नहीं होनी। हाँ, जिहड़ी गल नूं लै के सुखबीर सिंह बादल चंडीगढ़ दे विच बकायदा FIR दर्ज कराउण गए, वो 2015 की बेअदबी दे नाल जुड़ी हुई है। 2007 की जिहड़ी डेरा सरसे दे मुखी की जिहड़ी उहदी हैगी है बेअदबी है उहदे नाल जुड़ी हुई है। गुरु साहब दी जिहड़ी रीस कीती बिल्कुल उहदे नाल जुड़ी हुई है। और इधर जिहड़ा सुखपाल सिंह खैरा मुद्दा लैके आए ने, वो पंजाब दे विच जिहड़ा पंजाब दी जवानी नूं एक बार फिर निशाना बनाया जा रहा ਉਹਦੇ ਨਾਲ जुड़े हुए ने। लेकिन आखिर सवाल फिर उत्थे आउंदा कि ਜਿਹੜਾ मुद्दा 2007 तो आ जे ਉਹ अजे भी लटकदा आ रहा, अजे भी साडे गले दे विच फाहा बन के टक्करिया ते फिर असीं सिੱਖਿਆ की आ। सरदार साहब 2007 तो हुण तक आउंदे आ जी 13 सालां दे 13 विच साल हो गए, बहुत कुछ नहीं निकलिया। लेकिन जो अज है, हाँ मैं दोस्तों एक सीधी साझ तुहाडे नाल पावां कि जिन्ना बेअदबी मामलिਆਂ ਦਾ मुश्किल अकाली दल ने हंडाई, संताप जिन्हों कहते हैं संताप हंडाया, सब तो वध सुखबीर सिंह बादल ਨੂੰ सेक ਲੱਗਿਆ। बिल्कुल ਉਹਦੀ ਲੀਡਰਸ਼ਿਪ ਤੇ ਹਰਫ ਆ ਗਿਆ। हाँ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਸ਼ੰਕਿਆਂ ਚ ਆ ਗਈ। बिल्कुल सही गल। ਅਕਾਲੀ ਦਲ ਦੇ ਵਿੱਚ ਦੁਫੇੜ ਪੈ ਗਈ, ਲੀਡਰਾਂ ਦੀ ਇੱਧਰ ਉੱਧਰ ਆਵਾਜਾਈ ਸ਼ੁਰੂ ਹੋ ਗਈ। ਹੁਣ ਉਸ ਤੋਂ ਵੱਡਾ ਮਸਲਾ ਸੀ, ਉਹ ਕਹਿੰਦੇ ਜੀ 2015 ਦੇ ਵਿੱਚ ਸੱਤਾ 'ਚ ਰਹਿੰਦੇ ਆ, ਪਤਾ ਹੀ ਨਹੀਂ ਲੱਗਿਆ ਕਦੋਂ ਕੀ ਹੋ ਗਿਆ, ਮੰਨ ਲੈਂਦੇ ਆ ठीक फैसले नहीं होए, मान लेने। लेकिन 2020 ਦੇ ਵਿੱਚ ਇੱਕ ਪੁਰਾਣਾ ਮਸਲਾ 267 ਸਰੂਪਾਂ ਦਾ ਆਉਂਦਾ ਹੈ। 267 ਸਰੂਪ ਗੁਰੂ ਮਹਾਰਾਜ ਦੇ ਜੀ ਉਹ ਸਟਾਕ 'ਚ ਹੈ ਨਹੀਂ ਜੀ, ਉਹਨਾਂ ਦੇ ਬਾਰੇ 'ਚ ਵੱਖ-ਵੱਖ ਅਫਵਾਹਾਂ। ਹਾਂ, ਉਹ ਸਰੂਪ ਅਗਨ ਭੇਟ ਹੋ ਗਏ, ਉਹ ਕਿੱਥੇ ਚਲੇ ਗਏ? ਇਹਦੇ ਉੱਤੇ ਜਾਂਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਿਠਾ ਕੇ ਬੈਠੇ। ਚਲੋ ਜਾਂਚ ਵਿੱਚੋਂ ਸਰਦਾਰ ਸਾਹਿਬ ਕੀ ਨਿਕਲਣਾ ਕੀ ਨਹੀਂ ਇਹ ਕੱਲ ਦੀ ਗੱਲ ਆ। ਲੇਕਿਨ ਬੁਨਿਆਦੀ ਤੌਰ ਤੇ ਜਿਸ ਸੰਕਟ ਚੋਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਲੰਘਿਆ, ਉਹ ਤਾਂ ਇਸ ਤੋਂ ਬਿਲਕੁਲ ਅੱਖਾਂ ਮੀਟ ਨਹੀਂ ਸੀ ਸਕਦੇ। ਇੰਨਾ ਸੇਕ ਹੰਡਾਉਣਾ, ਇਤਿਹਾਸਕ ਹਾਰ ਹੋਣੀ, 15 ਸੀਟਾਂ ਤੱਕ ਆ ਜਾਣਾ, ਅਕਾਲੀ ਦਲ ਦੇ ਵਿੱਚ ਸਪਲਿਟ ਹੋ ਜਾਣਾ, ਪੰਗੇ ਪੈ ਜਾਣੇ। ਸਰਦਾਰ ਸਾਹਿਬ ਇੱਕ ਸਰੂਪ ਦਾ ਮਾਮਲਾ ਸੀ ਚੋਰੀ ਹੋਣ ਦਾ, ਗੱਲ ਇੱਥੇ ਪਹੁੰਚੀ। 267 ਸਰੂਪਾਂ ਦੇ ਮਾਮਲੇ 'ਚ ਮਾਨਯੋਗ ਸੁਖਬੀਰ ਸਿੰਘ ਬਾਦਲ ਨੇ ਇੱਕ ਲਫ਼ਜ਼ ਬੋਲਣਾ ਗਵਾਰਾ ਨਹੀਂ ਕੀਤਾ। ਬਿਲਕੁਲ ਮੈਨੂੰ ਤੁਸੀਂ ਦੱਸੋ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣੇ ਅਕਾਲੀ ਦਲ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਲੱਖ ਕਵੇ ਮੇਰਾ ਦਖਲ ਨਹੀਂ। ਸ਼੍ਰੋਮਣੀ ਕਮੇਟੀ ਦਾ ਐਗਜ਼ੈਕਟਿਵ ਸਕੱਤਰ ਪੱਧਰ ਤੱਕ ਫੈਸਲੇ ਚੀਫ ਸਕੱਤਰ ਲੱਗਦੇ ਨੇ ਉਹਨਾਂ ਦੇ ਹੁਕਮ ਨਾਲ। ਤੇ ਜੇਕਰ ਤੁਸੀਂ ਕਹੋ ਕਿ ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਦੀ ਝਪਟ ਨਹੀਂ ਆਉਣੀ, ਇਹ ਤਾਂ ਅਹਿਮ ਕਰਨਾ ਗੱਲ ਆ ਨਾ। ਜੀ ਜੀ ਜੀ। ਸੋ ਸਵਾਲ ਦੋਸਤੋ ਇਹ ਹੈ ਕਿ ਇੱਕ ਬੀੜ ਚੋਰੀ ਹੁੰਦੀ ਆ, ਅਸੀਂ ਸੰਤਾਪ ਹੰਡਾਉਂਦੇ 2020 ਦੇ ਵਿੱਚ ਵੀ ਲੀਏ ਨਹੀਂ ਚੜ ਸਕੇ। ਬਿਲਕੁਲ ਅਜੇ ਤੱਕ ਸਾਡੇ ਕੋਲੋਂ ਨਹੀਂ ਰੱਖਿਆ। ਔਰ 1.5 ਮਹੀਨਾ ਹੋ ਗਿਆ 267 ਸਰੂਪ ਦੇ ਮਾਮਲੇ ਦੇ ਵਿੱਚ। ਜੀ ਜੇ ਸੁਖਬੀਰ ਸਿੰਘ ਬਾਦਲ ਪਹਿਲਾ ਕੰਮ ਕਰਦੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਐਗਜ਼ੈਕਟਿਵ ਬਾਡੀ ਦੀ ਹੰਗਾਮੀ ਮੀਟਿੰਗ ਸੱਦ ਕੇ ਸਭ ਤੋਂ ਪਹਿਲਾਂ ਜਿੰਨੇ ਵੀ ਅਧਿਕਾਰੀ ਲਾਈਨ 'ਚ ਸੀਗੇ ਉਹਨਾਂ ਨੂੰ ਕਹਿੰਦੇ ਤੁਸੀਂ ਬਾਹਰ ਬਹਿ ਜਾਓ। ਬਿਲਕੁਲ ਠੀਕ ਹੈ ਜੀ। ਫਿਰ ਦੂਜੀ ਗੱਲ, ਤੁਸੀਂ ਤਾਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ, ਜਰਾ ਸੋਚ ਕੇ ਦੇਖਿਓ ਕਿ ਜਦੋਂ ਕਿਸੇ ਛੋਟੀ ਤੋਂ ਛੋਟੀ ਸੰਸਥਾ ਦੇ ਵਿੱਚ ਵੀ ਕੋਈ ਵੀ ਚੀਜ਼ ਆਉਂਦੀ, ਉਹਦੇ ਲਈ ਸਟਾਕ ਰਜਿਸਟਰ ਹੁੰਦਾ ਹੈ। ਸਭ ਕੁਝ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਬਾਹਰੋਂ ਕਾਗਜ਼ ਆਉਂਦਾ ਹੈ ਤੇ ਸਟਾਕ 'ਚ ਚੜਦਾ। ਬਿਲਕੁਲ। ਤੇ ਜੇ ਕੋਈ ਸਰੂਪ ਤਿਆਰ ਹੋ ਕੇ ਬਾਹਰ ਜਾਂਦਾ ਹੈ, ਭੇਟਾ ਸਾਹਿਤ ਜਾਂ ਵਿਦਆਊਟ ਭੇਟਾ, ਉਹ ਸਟਾਕ ਦੇ ਵਿੱਚੋਂ ਮਾਈਨਸ ਹੁੰਦਾ। ਜਦੋਂ ਛਪ ਜਾਂਦੇ ਨੇ ਪੰਨੇ ਜੀ, ਉਹਨਾਂ ਦੀ ਜਦੋਂ ਸਿਲਾਈ ਹੁੰਦੀ ਆ, ਸਰੂਪ ਤਿਆਰ ਹੋ ਜਾਂਦਾ, ਜਿਹੜੇ ਜਿਲਦਬੰਦੀ ਵਾਲੇ ਨੇ
ਉਹ ਵੱਖਰੀ ਪੈਸੇ ਲੈਂਦੇ ਨੇ ਜੀ ਕਿਉਂਕਿ ਠੇਕੇ ਤੇ ਕੰਮ ਕਰਦੇ ਨੇ। ਜਿਹੜੇ ਉੱਥੇ ਗ੍ਰੰਥੀ ਰੈਂਕ ਦੇ ਜਿਹੜੇ ਅਧਿਕਾਰੀ ਲਾਏ ਹੋਏ ਨੇ, ਜਿਹੜੇ ਕੱਲੇ ਕੱਲੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਨੂੰ ਚੈੱਕ ਕਰਦੇ ਨੇ ਕਿ ਕੋਈ ਰੰਗਦਾਰ ਨਾ ਹੋਵੇ, ਕੋਈ ਪੇਜ ਗਲਤ ਨਾ ਲੱਗਾ ਹੋਵੇ, ਉਹ ਵੱਖਰੀ ਦਰਸ਼ਨ ਭੇਟ ਲੈਂਦੇ ਨੇ। ਉਹ ਵੀ ਬੇਅਦਬੀ ਮੰਨੀ ਜਾਂਦੀ ਹੈ ਜੇ ਕੁਝ ਪੰਨੇ ਦੇ ਉੱਤੇ, ਕੁਝ ਅੰਗ ਦੇ ਉੱਤੇ ਗਲਤ ਲੱਗ ਗਿਆ, ਚਾਹੁੰਦਾ ਪੰਨਾ ਨਹੀਂ ਕਹਿ ਸਕਦੇ ਜੀ, ਗੁਰੂ ਗ੍ਰੰਥ ਸਾਹਿਬ ਦੇ ਅੰਗ ਉੱਪਰ ਜੇ ਕੁਝ ਵੀ ਗਲਤੀ ਹੋ ਜੇ, ਹਾਂ ਉਹ ਵੀ ਬੇਅਦਬੀ ਕਹਿੰਦੇ ਆ। ਅੱਛਾ, ਲੇਕਿਨ ਦੇਖੋ ਇੱਕ ਨਹੀਂ, ਦੋ ਨਹੀਂ, ਤਿੰਨ ਵਾਰ ਉਸ ਜਿਹੜੇ ਸਰੂਪ ਤੁਹਾਡੇ ਸਾਹਮਣੇ ਛਪ ਕੇ ਤਿਆਰ ਹੋ ਕੇ ਆਉਂਦੇ ਨੇ, ਉਹਨਾਂ ਨੂੰ ਤਿੰਨ ਰਾਹ ਦੇ ਵਿੱਚੋਂ ਲੰਘਣ ਤੋਂ ਬਾਅਦ ਫਿਰ ਕਿਤੇ ਉਸ ਸਟੋਰ ਦੇ ਵਿੱਚ ਲਿਆਂਦਾ ਜਾਂਦਾ ਜਿੱਥੇ ਉਹ ਜਗ੍ਹਾ ਬਣੀ ਹੋਈ ਆ। ਪਰ ਸਰਦਾਰ ਸਾਹਿਬ ਉਹ ਤਾਂ ਸਟੋਰ ਤੱਕ ਪਹੁੰਚਣ ਦੀ ਪ੍ਰਕਿਰਿਆ ਹੈ। ਹਾਂ, ਜਦੋਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਲੈਜ਼ਰ ਦੇ ਵਿੱਚ ਜਾਂ ਕੈਸ਼ ਬੁੱਕ ਦੇ ਵਿੱਚ ਕੋਈ ਐਂਟਰੀ ਪਾਉਂਦੇ ਹੋ, ਕਿਧਰੋਂ ਪੇਮੈਂਟ ਹੁੰਦੀ ਹੈ, ਉਹ ਪੇਪਰ ਹੋਵੇ, ਸਿਆਹੀ ਹੋਵੇ, ਕੋਈ ਕਲ ਪੁਰਜਾ ਹੋਵੇ, ਹਰ ਚੀਜ਼ ਐਂਟਰੀ ਇਨਕਮ ਤੇ ਐਕਸਪੈਂਡੀਚਰ ਦੀ ਇੱਕ ਲੈਜ਼ਰ ਆ ਜਿਹਨੂੰ ਕੈਸ਼ ਬੁੱਕ ਕਹਿ ਲੈਂਦੇ। ਔਰ ਸਮਾਨਾਂਤਰ ਜਦੋਂ ਅਸੀਂ ਕਿਸੇ ਚੀਜ਼ ਦਾ ਵਾਚਰ ਪਾਵਾਂਗੇ, ਬਿੱਲ ਪਾਵਾਂਗੇ ਤੇ ਸਟਾਕ ਰਜਿਸਟਰ ਦੇ ਵਿੱਚ ਉਹਦੀ ਐਂਟਰੀ ਪਾਵਾਂਗੇ ਕਿ ਇੰਨੇ ਪੈਸੇ ਇੰਨੇ ਰੁਪਈਆਂ ਦੀ ਆ ਚੀਜ਼ ਲਿਆਂਦੀ, ਇਹਦੀ ਐਂਟਰੀ ਸਟਾਕ ਦੇ ਇੰਨੇ ਪੰਨੇ ਤੇ ਹੈ। ਮੈਂ ਤੁਹਾਨੂੰ ਹੋਰ ਇੱਕ ਦੱਸ ਦਵਾਂ, ਹੁਣ ਜੀ ਤੁਸੀਂ ਗੱਲ ਛੇੜ ਲਈ ਆ, ਉੱਥੇ ਜਿਹੜਾ ਦੇ ਕਾਗਜ਼ ਆਉਂਦਾ ਆ ਉਹਦਾ ਤੇ ਸਟੋਰ ਲੈਜਰ ਵੱਖਰਾ ਆ ਜੀ, ਜਿਹੜੀ ਸ਼ਾਹੀ ਆਉਂਦੀ ਉਹਦਾ ਰਿਕਾਰਡ ਵੱਖਰਾ ਆ ਜੀ, ਜਦੋਂ ਸਰੂਪ ਤਿਆਰ ਹੋ ਜਾਂਦੇ ਨੇ ਉਹਦਾ ਸਟਾਕ ਰਜਿਸਟਰ ਵੱਖਰਾ ਹੋ ਜਾਂਦਾ। ਬਿਲਕੁਲ, ਉਹ ਤਾਂ ਹੋਣਾ ਹੀ ਬਣਦਾ। ਜਿਹੜੇ ਤਿਆਰ ਹੋ ਕੇ ਆਏ ਉਹਦੇ ਚ ਆ ਗਏ ਜੀ, ਜਦੋਂ ਥੱਲੇ ਸੰਗਤ ਸਰੂਪ ਲੈਣ ਆਉਂਦੀ ਆ ਜੀ, ਪਹਿਲਾਂ ਥੱਲੇ ਜਿਹੜੇ ਕਲਰਕ ਬੈਠੇ ਨੇ ਜਿਨ੍ਹਾਂ ਨੇ ਜੇ ਜ਼ਿੰਮੇਵਾਰੀ ਆ ਕਿ ਸਰੂਪ ਦਾ ਦੇਖਣਾ ਉਹਨਾਂ ਨੇ ਆ, ਕਲੈਰੀਕਲ ਵਾਲੇ, ਹਾਂ, ਉਹ ਪੁੱਛਦੇ ਨੇ ਕਿ ਤੁਹਾਡੇ ਨਾਲ ਪੰਜ ਸਿੰਘ ਹੈ, ਮਰਿਆਦਾ ਚੋਂ ਪੀੜਾ ਸਾਹਿਬ ਹੈ, ਚਵਰ ਸਾਹਿਬ ਹੈ, ਗੱਡੀ ਲੈ ਕੇ ਆਇਓ। ਉਹਦੇ ਤੋਂ ਬਾਅਦ ਤੁਸੀਂ ਉੱਥੇ ਭੇਟਾ ਜਮ੍ਹਾਂ ਕਰਾਉਂਦੇ ਹੋ ਜੋ ਸ਼੍ਰੋਮਣੀ ਕਮੇਟੀ ਨੇ ਤੈਅ ਕੀਤੀ ਹੈ। ਭੇਟਾ ਤੋਂ ਬਾਅਦ ਰਸੀਦ ਕੱਟੀ ਜਾਂਦੀ ਹੈ, ਰਸੀਦ ਕੱਟ ਕੇ ਫਿਰ ਉੱਤੋਂ ਪਾਵਨ ਸਰੂਪ ਦਿੱਤਾ ਜਾਂਦਾ ਔਰ ਬਕਾਇਦਾ ਸੰਗਤ ਜਿਹੜੀ ਆ ਉਹਨੂੰ ਲੈ ਕੇ ਜਾਂਦੀ ਹੈ। ਦੱਸੋ ਏਡੀ ਵੱਡੀ ਪ੍ਰਕਿਰਿਆ 'ਚ ਦੂਸਰਾ 267 ਸਰੂਪ ਦਾ ਪਤਾ ਹੀ ਨਾ ਲੱਗਿਆ। ਦੂਸਰਾ ਅਗਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਧਿਕਾਰ ਖੇਤਰ 'ਚ ਹੈ ਕਿ ਉਹ ਚਾਹੁਣ ਤੇ ਕਿਸੇ ਨੂੰ ਪਾਵਨ ਸਰੂਪ ਭੇਟਾ ਰਹਿਤ ਦੇ ਸਕਦੇ ਨੇ ਜੀ। ਅਗਰ ਕੋਈ ਐਸੀ ਚਿੱਠੀ ਆ ਜਾਂਦੀ ਹੈ, ਚਾਹੇ ਚੀਫ ਸੈਕਟਰੀ ਲਿਖਦਾ ਹੈ, ਚਾਹੇ ਸਕੱਤਰ ਲਿਖਦਾ, ਉਹ ਰੁੱਕੇ ਜਿਹੜੇ ਆ ਉਹ ਇੱਕ ਵੱਖਰੇ ਰਜਿਸਟਰ ਦੇ ਵਿੱਚ ਜਮ੍ਹਾਂ ਹੁੰਦੇ ਆ। ਮੈਂ ਕਿਹਾ ਜੇ ਸਟਾਕ ਚੋਂ ਮਾਈਨਸ ਕਰੋਗੇ ਤੇ ਉੱਥੇ ਉਹਦਾ ਇੰਦਰਾਜ ਤੇ ਕਰੋਗੇ ਨਾ ਕਿ ਫਲਾਣੇ ਸਕੱਤਰ ਦੀ ਚਿੱਠੀ, ਫਲਾਣੇ ਐਗਜ਼ੈਕਟਿਵ ਮੈਂਬਰ ਦੀ ਚਿੱਠੀ ਤੇ ਦਿੱਤਾ ਸਭ ਕੁਝ। ਸ਼ਾਮ ਨੂੰ ਤੁਸੀਂ ਕੈਸ਼ ਬੁੱਕ ਮੇਲਦੇ ਹੋ। ਮੇਰਾ ਸਵਾਲ ਇਹ ਸੀਗਾ ਜਿਹੜਾ ਕਿ ਸਾਹਮਣੇ ਲਿਆਂਦਾ ਗਿਆ ਕਿ ਕੀ ਇਸ ਸਮੇਂ ਦੌਰਾਨ 19 ਮਈ 2016 ਦੀ ਘਟਨਾ, ਕੀ ਉਹਦੇ ਤੋਂ ਬਾਅਦ 31 ਮਾਰਚ 2017 ਨਹੀਂ ਆਇਆ ਜਦੋਂ ਤੁਹਾਡਾ ਸਟਾਕ ਲੈਜਰ ਤੁਸੀਂ ਚੈੱਕ ਕਰਨਾ ਸੀ, ਫਿਜ਼ੀਕਲ ਚੈਕਿੰਗ ਕਰਨੀ ਸੀ, ਇੱਕ ਲੈਜਰ ਬੰਦ ਕਰਨੀ ਸੀ, ਨਵਾਂ ਖਾਤਾ ਖੋਲ੍ਹਣਾ ਸੀ, ਅੱਗੇ ਤੁਰਨਾ ਸੀ, ਤੁਸੀਂ 31 ਮਾਰਚ 2020 ਤੱਕ ਆ ਗਏ, ਤੁਹਾਨੂੰ ਕੁਝ ਨਹੀਂ ਪਤਾ। ਮੈਂ ਸਰਦਾਰ ਸਾਹਿਬ ਹੋਰ ਕਹਿਣਾ ਕਿ ਮੰਨ ਲਓ ਕੁਝ ਲੋਕਾਂ ਨੇ ਮਿਲੀ ਭੁਗਤਣਾ ਇਹਨੂੰ ਦਬਾ ਕੇ ਰੱਖਿਆ, ਮੰਨ ਲਓ ਐਂ ਹੀ ਹੁੰਦਾ ਕਿ ਜੀ ਉੱਪਰ ਪਤਾ ਨਹੀਂ ਲੱਗਿਆ, ਥੱਲੇ ਵਾਲਿਆਂ ਨੇ ਡਰਦਿਆਂ ਨੱਪ ਲਿਆ। ਸਵਾਲ ਇਹ ਹੈ ਕਿ ਜਦੋਂ ਤੁਹਾਡੇ ਧਿਆਨ ਚ ਆਉਂਦਾ, ਮੀਡੀਆ 'ਚ ਨਸ਼ਰ ਹੁੰਦਾ, ਉਸ ਤੋਂ ਬਾਅਦ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਉਹ ਤੁਰੰਤ ਪ੍ਰਭਾਵ ਨਾਲ ਦਖਲ ਦਿੰਦੇ ਕਿ ਪਹਿਲੇ ਪੱਟੇ ਰਾਸ ਨਹੀਂ ਆਏ ਅਸੀਂ ਤੇ ਹੁਣ ਇਹਨੂੰ ਤੁਰੰਤ ਪ੍ਰਭਾਵ ਨਾਲ ਵਿਦਨ 24 ਆਵਰ, ਚਲੋ 2 ਦਿਨ ਦੇ ਦਿਓ, 24 ਘੰਟੇ ਨਹੀਂ ਤੇ 3 ਦਿਨ ਦੇ ਦਿਓ, 3 ਦਿਨਾਂ ਦੇ ਵਿੱਚ ਉਹ ਗਿਣਤੀ ਲੱਖਾਂ 'ਚ ਤੇ ਹੋਣੀ ਨਹੀਂ ਸੀ। ਬਿਲਕੁਲ। ਸੋ ਮੈਨੂੰ ਲੱਗਦਾ ਕਿ 3-4 ਸਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਰੂਪ ਛਪੇ ਹੋਣਗੇ। ਜ਼ਰੂਰ ਇਸ ਤੋਂ ਜ਼ਿਆਦਾ ਤਾਂ ਨਹੀਂ ਹੋਣਗੇ। ਮੇਰਾ ਖਿਆਲ ਆ ਕਿ ਕਿਸੇ ਵੀ 2-3-4 ਅਧਿਕਾਰੀਆਂ ਦੀ ਡਿਊਟੀ ਲਾ ਕੇ ਉਹਨੂੰ ਤੁਸੀਂ 8 ਘੰਟੇ ਉਹਨਾਂ ਤੋਂ ਕੰਮ ਲੈ ਕੇ ਜਿੰਨੀ ਉਹਨਾਂ ਦੀ ਡਿਊਟੀ ਆਵਰਸ ਹੁੰਦੇ ਆ, ਤੇ ਮੇਰਾ ਖਿਆਲ ਹੈ ਕਿ 2 ਦਿਨ 'ਚ ਉਹ ਰਿਪੋਰਟ ਤਿਆਰ ਹੋ ਸਕਦੀ ਸੀ। ਜਿਹੜੇ ਵੀ ਜ਼ਿੰਮੇਵਾਰ ਪਾਏ ਜਾਂਦੇ, ਜਿਹੜੇ ਵੀ ਅਧਿਕਾਰੀ ਉੱਪਰ ਤੋਂ ਲੈ ਕੇ ਥੱਲੇ ਤੱਕ, ਉਹਨਾਂ ਨੂੰ ਨਿਮਰਤਾ ਸਾਹਿਤ ਇਹ ਕਹਿ ਦਿੰਦੇ ਕਿ ਅਗਲੀ ਪੜਤਾਲ ਤੋਂ ਪਹਿਲਾਂ ਤੁਸੀਂ ਇਹਦੇ ਨਾਲੋਂ ਵੱਖ ਹੋ ਜਾਓ। ਬਿਲਕੁਲ। ਇਨਕੁਆਰੀ ਦਾ ਇੱਕ ਅਸੂਲ ਹੁੰਦਾ ਹੈ ਕਿ ਜਿਹਦੇ ਖਿਲਾਫ ਹੋ ਰਹੀ ਹੋਵੇ ਉਹ ਪ੍ਰਭਾਵੀ ਰੋਲ 'ਚ ਨਾ ਹੋਵੇ, ਉਹ ਵੱਡੀ ਭੂਮਿਕਾ 'ਚ ਨਾ ਹੋਵੇ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਫਿਸਲੇ ਨਜ਼ਰ ਆਏ ਮੈਨੂੰ ਕਿ 2017, 2015 ਤੇ ਹੁਣ 2020 ਇਹ ਸਿਲਸਿਲਾ ਬਣ ਗਿਆ। ਅਸੀਂ ਆਪਣੀ ਜ਼ਿੰਮੇਵਾਰੀ ਤੁਰੰਤ ਫੈਸਲੇ ਲੈਣ ਵਾਲੀ ਤੋਂ ਪਿੱਛੇ ਹਟੇ। ਜਿਹੜਾ ਇੱਕ ਨੁਕਤਾ ਤੁਸੀਂ ਭੁੱਲ ਗਏ, ਕੀ ਉਹ ਨੁਕਤਾ ਇਹ ਆ ਕਿ ਇੱਕ ਵਾਰ
ਸ਼੍ਰੋਮਣੀ ਕਮੇਟੀ ਦੀ ਆਪਣੀ ਫਲਾਈਂਗ ਸਕਾਡ ਨੇ ਜਾਂਚ ਕੀਤੀ, ਉਹ ਜਾਂਚ ਛੱਡ ਦਿੱਤੀ ਗਈ। ਕਿਉਂ? ਇਹ ਜਾਣਦੇ ਨਹੀਂ। ਉਹਦੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੱਛਾ, ਉਹਨਾਂ ਦੇ ਨਾਲ ਐਗਜ਼ੈਕਟਿਵ ਦੇ ਹੋਰ ਮੈਂਬਰ ਲਾਏ ਗਏ। ਉਹਨਾਂ ਨੇ ਜਾਂਚ ਸ਼ੁਰੂ ਕੀਤੀ ਜੀ, ਉਹਨਾਂ ਨੇ ਜਾਂਚ ਛੱਡ ਦਿੱਤੀ। ਉਹਦੇ ਤੋਂ ਬਾਅਦ ਐਗਜ਼ੈਕਟਿਵ ਦੀ ਹੰਗਾਮੀ ਮੀਟਿੰਗ ਕਹਿੰਦੀ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਜਾਂਚ ਦੇ ਦਿਓ, ਜਥੇਦਾਰ ਸਾਹਿਬ ਜਿਸ ਤਰ੍ਹਾਂ ਮਰਜ਼ੀ ਜਾਂਚ ਕਰਵਾ ਲੈਣ ਜੀ। ਹੁਣ ਉਹ ਜਾਂਚ ਇੱਕ ਸੇਵਾ ਮੁਕਤ ਜੱਜ ਕੋਲੋਂ ਕਰਵਾਈ ਜਾ ਰਹੀ ਹੈ। ਬਹੁਤ ਬਿਹਤਰ ਹੋਣੀ ਲੇਕਿਨ ਜੀ। ਲੇਕਿਨ ਜਿਹੜੇ ਸਿੱਖ ਗੁਰਦੁਆਰਾ ਐਕਟ 1925 ਨੂੰ ਜਾਣਦੇ ਨੇ, ਉਹ ਕਹਿੰਦੇ ਨੇ ਕਿ ਇਹ ਸ਼੍ਰੋਮਣੀ ਕਮੇਟੀ ਦੇ 100 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਕਿ ਜਾਂਚ ਕਿਸੇ ਬਾਹਰੀ ਏਜੰਸੀ ਕੋਲ ਕਰਾਈ ਜਾ ਰਹੀ ਹੈ, ਜਦ ਕਿ ਇਹ ਜਿਹੜਾ ਸਾਰਾ ਪ੍ਰੋਸੀਜਰ ਹੈ, ਜਦੋਂ ਤੁਸੀਂ ਗੱਲ ਛਪਾਈ ਦੀ ਕੀਤੀ, ਪੇਪਰ ਦੀ ਖਰੀਦ ਦੀ ਗੱਲ ਕੀਤੀ, ਤੁਸੀਂ ਪਾਵਨ ਸਰੂਪ ਨੂੰ ਭੇਟਾ ਰਹਿਤ ਜਾਂ ਭੇਟਾ ਸਹਿਤ ਦੇਣ ਦੀ ਗੱਲ ਕੀਤੀ, ਉਹ ਕਹਿੰਦੇ ਨੇ ਕਿ ਤੁਹਾਡੇ ਉਹ ਅਕਾਊਂਟੈਂਟ ਕਿੱਥੇ ਆ ਜਿਨ੍ਹਾਂ ਨੇ ਤੁਹਾਡੇ ਲੈਜਰ ਨੂੰ ਸਟਾਕ ਨੂੰ ਮੇਨਟੇਨ ਕਰਨਾ ਸੀ? ਬਿਲਕੁਲ। ਤੁਹਾਡੇ ਉਹ ਇੰਟਰਨਲ ਆਡੀਟਰ ਕਿੱਥੇ ਆ ਜਿਨ੍ਹਾਂ ਨੇ ਸਵਾਲ ਕਰਨਾ ਸੀ? ਤੁਹਾਡੇ ਉਹ ਚਾਰਟਰਡ ਅਕਾਊਂਟੈਂਟ ਜਿਹੜੇ ਸਾਲ ਦਾ 1-1 ਕਰੋੜ ਰੁਪਇਆ ਲੈ ਰਹੇ ਆ, ਕੀ ਕਿਸੇ ਦੇ ਕਦੀ ਧਿਆਨ 'ਚ ਨਹੀਂ ਆਇਆ ਕਿ ਅਸੀਂ ਇਹ ਸਟਾਕ ਰਜਿਸਟਰ ਨੂੰ ਚੈੱਕ ਕਰ ਲਈਏ? ਮੈਂ ਸਾਰੀ ਗੱਲ ਮੰਨ ਲਈ, ਜਿੰਨੇ ਤੁਸੀਂ ਸਵਾਲ ਉਠਾਏ ਜਾਇਜ਼ ਨੇ, ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ, ਜਾਂਚ ਬੈਠੀ ਆ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇ। ਲੇਕਿਨ ਮੈਂ ਕਿਹਾ ਜੇ ਇਹਦੇ ਵੱਲੋਂ ਸਭ ਕੁਝ ਵੱਲੋਂ ਇਗਨੋਰੈਂਸ ਹੋ ਗਈ, ਮਿੱਟੀ ਪਾ ਲਈ ਕਿਸੇ ਅਧਿਕਾਰੀ ਨੇ, ਇਹ ਸਾਰੇ ਜਿੰਨੇ ਤੁਸੀਂ ਸਿਲਸਿਲੇ ਗਣਾਏ ਆ, ਜਿੰਨੇ ਤੁਸੀਂ ਰੈਂਕ ਦੱਸੇ ਆ, ਇਹਨਾਂ ਸਾਰਿਆਂ ਨੇ ਚੁੱਪ ਚਪੀਤੇ ਬਚ ਲਏ। ਅੱਜ ਇਹ ਮਹਿਸੂਸ ਕੀਤਾ ਜਾਵੇ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪਹਿਲੀ ਵਾਰੀ ਪਤਾ ਲੱਗਿਆ ਹੋਊਗਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਇੱਕ ਮਸਲਾ ਆ ਗਿਆ, ਇਹ ਉਹੀ ਮਸਲਾ ਜਿਹੜਾ 2015 ਦੇ ਵਿੱਚ ਇੱਕ ਸਰੂਪ ਚੋਰੀ ਹੋਣ ਦਾ ਹੁੰਦਾ ਹੈ। ਅੱਜ ਸਟਾਕ ਚੋਂ, ਅੱਜ ਸਾਡੇ ਆਪਣੇ ਘੇਰੇ ਚੋਂ ਇੰਨੇ 267 ਸਰੂਪ ਮਿਸ ਹੋ ਗਏ, ਮਾਈਨਸ ਹੋ ਗਏ। ਅੱਜ ਇਹ ਕਿੱਡਾ ਵੱਡਾ ਇਸ਼ੂ ਹੋ ਸਕਦਾ ਜੇ ਉਹ ਵੀ ਸੰਵੇਦਨਸ਼ੀਲਤਾ ਨਹੀਂ ਦਿਖਾਈ ਗਈ, ਫਿਰ ਕਿਹੜੀ ਆਧਾਰ ਤੇ ਤੁਸੀਂ ਭਵਿੱਖ ਲਈ ਸੋਚ ਸਕਦੇ ਹੋ ਕਿ ਜ਼ਿੰਮੇਵਾਰੀ ਨਿਭਾਈ ਜਾਵੇ? ਅੱਜ ਤੱਕ 1.5 ਮਹੀਨਾ ਲਗਭਗ ਬੀਤਣ ਨੂੰ ਆਇਆ, ਮਹੀਨੇ ਤੋਂ ਉੱਪਰ ਹੋ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਹਿਲ ਦੇ, ਕਿਉਂਕਿ ਜਿਹੜੇ ਮੌਜੂਦਾ ਪ੍ਰਧਾਨ ਹੈ ਮੇਰੇ ਖਿਆਲ ਉਦੋਂ ਇਹਨਾਂ ਦਾ ਕੋਈ ਰੋਲ ਨਹੀਂ ਸੀ, ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਸਮਿਆਂ ਦੇ ਵਿੱਚ ਪ੍ਰਧਾਨ ਨਹੀਂ ਸੀ, ਐਗਜ਼ੈਕਟਿਵ ਬਾਡੀ ਦੇ ਵੀ ਕੁਝ ਮੈਂਬਰ ਹੋਣਗੇ। ਇਹਦਾ ਮਤਲਬ ਕਿ ਜਿਹੜੇ ਸ਼੍ਰੋਮਣੀ ਕਮੇਟੀ 'ਚ ਨੌਕਰੀ ਕਰ ਰਹੇ ਲੋਕ ਆ, ਉਹਨਾਂ ਦੀ ਜ਼ਿੰਮੇਵਾਰੀ ਫਿਕਸ ਤਾਂ ਹੁੰਦੀ ਹੈ, ਜਿਹੜੇ ਸਾਲਾਂ ਤੋਂ ਜਿਨ੍ਹਾਂ ਦੀ ਡਿਊਟੀ ਚੀਜ਼ਾਂ ਨੂੰ ਇੰਪਲੀਮੈਂਟ ਕਰਨਾ, ਜਿਨ੍ਹਾਂ ਦਾ ਰੱਖ ਰਖਾ ਸੰਭਵ, ਉਹਨਾਂ ਦੀ ਡਿਊਟੀ ਹੈ, ਜਿਹੜੇ ਲਗਾਤਾਰ ਗੁਰੂ ਘਰ ਦੀ ਸੇਵਾ ਦਾ ਦਾਅਵਾ ਕਰ ਰਹੇ ਆ। ਸੋ ਸਵਾਲ ਇਹ ਆ ਕਿ ਜਿਹੜੇ ਵੀ ਜ਼ਿੰਮੇਵਾਰ ਸੀ ਉਹਨਾਂ ਲੋਕਾਂ ਨੂੰ ਇਸ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਵੱਖਰਿਆਂ ਕਰਕੇ ਭਾਵੇਂ ਫਾਰ ਦਾ ਟਾਈਮ ਬੀਇੰਗ ਕਰਦੇ ਔਰ ਨਿਰਪੱਖ ਜਾਂਚ ਹੋ ਕੇ ਜਿਹੜੇ ਸਾਫ਼ ਸੁਥਰੇ ਨਿਕਲ ਆਉਂਦੇ ਉਹਨਾਂ ਨੂੰ ਫਿਰ ਕੰਟੀਨਿਊ ਕਰ ਦਿੰਦੇ। ਜਦੋਂ ਤੁਹਾਡਾ ਨਿੱਜੀ ਤਜਰਬਾ, ਤੁਸੀਂ 1-2 ਵਾਰ ਲੌਂਗੋਵਾਲ ਸਾਹਿਬ ਨਾਲ ਗੱਲਬਾਤ ਵੀ ਕੀਤੀ ਹੈ, ਉਹ ਹਰ ਵਾਰ ਕਹਿੰਦੇ ਨੇ ਕਿ ਦੇਖੋ ਜੇ ਅਸੀਂ ਆਹ ਕੰਮ ਨਾ ਕਰਦੇ ਤੇ ਤੁਸੀਂ ਸਾਨੂੰ ਬਖਸ਼ਣਾ ਸੀ ਜੀ। ਮੇਰਾ ਸਵਾਲ ਸੌਖਾ ਜਿਹਾ ਕਿ ਅਗਰ ਕਿਸੇ ਨੇ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ ਜੀ ਕਿ ਸ਼੍ਰੋਮਣੀ ਕਮੇਟੀ ਦੇ ਜਿਹੜਾ ਪਬਲੀਕੇਸ਼ਨ ਵਿਭਾਗ ਆ ਗੁਰਦੁਆਰਾ ਰਾਮਸਰ ਸਾਹਿਬ ਗੁਰੂ ਗ੍ਰੰਥ ਸਾਹਿਬ ਭਵਨ ਚੋਂ ਜੀ ਇੰਨੇ ਸਰੂਪ ਜਿਹੜੇ ਨੇ ਉਹ ਗਾਇਬ ਨੇ। ਬਣਦਾ ਕੀ ਸੀ? ਅਗਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਾਂ ਜਿਹੜੇ ਅਹੁਦੇਦਾਰ ਸੀ, ਜੇ ਉਹ ਕਿਸੇ ਮੀਡੀਆ ਵਾਲਿਆਂ ਨੂੰ ਇਹ ਕਹਿੰਦੇ ਕਿ ਸਾਨੂੰ ਸੁਣਿਆ ਜ਼ਰੂਰ ਆ ਸੀ ਜੀ, ਜਾਣਕਾਰੀ ਤੁਹਾਡੇ ਰਾਹੀਂ ਮਿਲੀ ਆ, ਸਾਨੂੰ ਥੋੜਾ ਜਿਹਾ ਜਾਂਚ ਕਰ ਲੈਣ ਦਿਓ ਫਿਰ ਗੱਲ ਕਰਾਂਗੇ ਜੀ, ਲੇਕਿਨ ਉਧਰ ਉਹਨਾਂ ਦੀ ਖਬਰ ਆਉਂਦੀ ਹੈ, ਦੂਸਰੇ ਦਿਨ ਸ਼੍ਰੋਮਣੀ ਕਮੇਟੀ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਜੀ, ਉਹਨਾਂ ਦੇ ਨਾਲ ਸਕੱਤਰ ਰੈਂਕ ਦੇ ਅਧਿਕਾਰੀ ਬੈਠੇ ਹੋਏ ਨੇ, ਮੀਤ ਸਕੱਤਰ ਬੈਠੇ ਨੇ ਜੀ, ਉਹ ਕਹਿੰਦੇ ਨੇ ਕਿ ਅਸੀਂ ਦੋਸ਼ੀ ਲੱਭ ਲਿਆ ਤੇ ਦੋਸ਼ੀ ਆ ਗਿਆ ਸਾਹਮਣੇ ਜੀ। ਲੇਕਿਨ ਸਵਾਲ ਇਹ ਹੈ ਕਿ ਜਿਸ ਦੋਸ਼ੀ ਨੇ ਜੀ ਤੁਹਾਡੇ ਕੋਲ 28 ਮਈ 2020 ਨੂੰ ਇਹ ਮੰਨ ਲਿਆ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਟੇ ਨੇ ਤੇ ਮੈਂ ਤੁਹਾਨੂੰ ਮਾਇਆ ਦੇਣ ਨੂੰ ਤਿਆਰ ਹਾਂ, ਮੈਂ ਭੇਟਾ ਦੇ ਦਿਆਂਗਾ, ਭੇਟਾ ਦੇਣ ਨੂੰ ਤਿਆਰ ਹਾਂ, ਫਿਰ ਤੁਸੀਂ 31 ਮਈ 2020 ਨੂੰ ਉਸ ਅਧਿਕਾਰੀ ਨੇ ਰਿਟਾਇਰ ਹੋਣਾ ਸੀ, ਤੁਸੀਂ ਇਹਨੂੰ ਰਿਟਾਇਰ ਕਿੱਦਾਂ ਕਰ ਦਿੱਤਾ? ਸਵਾਲ ਹੈ। ਕਿਉਂਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਇੱਕ ਹੋਰ ਸਵਾਲ ਹੈ ਕਿ ਇੱਕ ਹੋਰ ਸ਼੍ਰੋਮਣੀ ਕਮੇਟੀ ਦਾ ਮੀਤ ਸਕੱਤਰ ਜਿਹੜਾ ਆ ਉਹ ਵੀ ਕਿਸੇ ਕੇਸ ਦੇ ਵਿੱਚ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਰਾਹੀਂ ਸਸਪੈਂਡ ਹੈ ਜੀ।
ਇਹਨਾਂ ਨੇ ਉਹਦੀ ਸਸਪੈਂਸ਼ਨ ਨੂੰ ਪੈਂਡਿੰਗ ਕਰ ਦਿੱਤਾ ਹੈ, ਅੱਛਾ। ਲੇਕਿਨ ਹਾਜ਼ਰੀ ਬੰਦ ਕਰ ਦਿੱਤੀ, ਜਿਹੜਾ ਕਿ ਸਿੱਖ ਗੁਰਦੁਆਰਾ ਐਕਟ ਦੇ ਉਲਟ ਹੈ। ਅਗਰ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਥੋੜੀ ਜੀ ਸੂਝ ਤੋਂ ਕੰਮ ਲੈ ਲੈਂਦੇ, ਜੀ ਜਿਹੜੇ ਜ਼ਿੰਮੇਵਾਰ ਸੀ, ਵੈਸੇ ਤੇ ਪੁੱਛਦੇ ਨੇ ਪ੍ਰਧਾਨ ਜੀ ਦੇ ਰਾਹੀਂ ਸਿੱਧਾ ਸੁਖਬੀਰ ਬਾਦਲ ਜੀ ਨੂੰ ਪੁੱਛਦੇ ਕਿ ਵੀ ਸਰ ਆਹ ਗਲਤੀ ਹੋ ਗਈ ਆ, ਸਾਡੇ ਸਾਹਮਣੇ ਆ ਗਈ ਆ, ਅਸੀਂ ਜਾਂਚ ਵੀ ਕੀਤੀ ਹੋਈ ਅੰਦਰ, ਤੇ ਦੱਸੋ ਸਾਡੇ ਲਈ ਕੀ ਹੁਕਮ ਹੈ। ਬਿਲਕੁਲ ਠਰਮੇ ਨਾਲ ਹੋ ਸਕਦਾ ਸੀ ਜੇ ਬਾਕੀ ਪੋਚੇ ਪਾਉਣੇ ਅਸੀਂ ਸਾਰਾ ਕੁਝ। ਆਨੰਦਪੁਰ ਸਾਹਿਬ ਦਾ ਕੇਸ ਮੈਂ ਹੈ। ਨਹੀਂ ਸਰਦਾਰ ਸਾਹਿਬ, ਪੋਚੇ ਪਾਉਣ ਦਾ ਮਸਲਾ ਪਾਸੇ ਰੱਖ ਲਈਏ, ਹਾਂ। ਇਹ ਮਸਲੇ ਪੋਚੇ ਪਾਉਣ ਵਾਲੇ ਨਹੀਂ, ਇਹ ਨਹੀਂ ਪਾਉਣ ਵਾਲੇ। ਸਵਾਲ ਤਾਂ ਇਹ ਹੈ, ਦੇਖੋ ਇਹਦੇ ਵਿੱਚ ਜਿੱਥੇ ਵੀ ਮਾਨਵੀ ਗਲਤੀ ਆ, ਹਾਂ, ਜਿਨੇ ਇਹ ਛੁਪਾਏ ਤੱਥ, ਬਿਲਕੁਲ ਜਿਨੇ ਇਹ ਗੁਨਾਹ ਕੀਤੇ, ਬਿਲਕੁਲ ਜੇ ਤਾਂ ਦੇਖੋ ਕਿਸੇ ਦੇ ਕਹਿਣ ਤੇ ਦਿੱਤੇ ਹੋਇਆ ਭੇਟਾ ਰਹਿਤ, ਜੀ, ਉਹਦੀ ਅੰਦਰਾਜ ਕਰ ਲੈਂਦੇ, ਰਿਕਾਰਡ ਹੋਣਗੇ ਉਹਦੇ ਅੰਦਰਾਜ ਕਰ ਲੈਂਦੇ, ਕਿੰਨੀ ਕੁ ਮੁਸ਼ਕਲ ਸੀ। ਤੁਹਾਨੂੰ ਜਦੋਂ ਤੁਹਾਡੇ ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਵਾ ਕੋਈ ਵਕੀਲ, ਹਾਂ, ਤੁਹਾਡੇ ਤੇ ਕੋਈ ਮਾਨਵੀ ਅਧਿਕਾਰਾਂ ਵਾਲੀ ਜਥੇਬੰਦੀ ਇਹ ਸਵਾਲ ਉਠਾ ਦਿੰਦੀ, ਜੀ, ਤੁਸੀਂ ਉਹਦੇ ਉੱਤੇ ਬਹਾਨੇ ਕਿਉਂ ਬਣਾਉਂਦੇ ਹੋ, ਭੱਜਦੇ ਕਿਉਂ ਜੀ, ਯਕਦਮ ਸਿੱਧਾ ਕਿਉਂ ਨਹੀਂ ਫੇਸ ਕਰਦੇ। ਹਾਂ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਜਮਾਤ ਹੈ, ਇਸ ਤੋਂ ਵੱਡੀ ਕੋਈ ਸੰਸਥਾ ਤਾਂ ਨਹੀਂ ਹੈ। ਜੀ ਜੀ, ਸੋ ਚੁਣੀ ਹੋਈ ਸੰਸਥਾ, ਲੋਕਤੰਤਰਿਕ ਸੰਸਥਾ ਹੈ, ਵੱਡੀ ਸੰਸਥਾ ਹੈ। ਹਰ ਸਾਲ ਕਿਸੇ ਦਾ ਪ੍ਰਧਾਨ ਜੇ ਚੁਣਿਆ ਜਾਂਦਾ ਹੈ ਤੇ ਉਹ ਇਹੀ ਸੰਸਥਾ ਹੈ, ਅਦਰਵਾਈਜ਼ ਤੇ ਲੋਕ ਨਾਮਜ਼ਦ ਕਰਦੇ ਤੇ ਦੇਰ ਤੱਕ ਚੱਲੀ ਜਾਂਦੀ। ਸੋ ਸਵਾਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਸਰਦਾਰ ਜੀ ਦੀ ਅਪਰੋਚ ਕੇ ਪੋਚਾ ਪਾਉਣ ਦੀ ਕੋਸ਼ਿਸ਼ ਕੀਤੀ, ਹਾਂ, ਫਿਰ ਮੁੜ ਕੇ ਆਪਣੀ ਅਸੂਲਾਂ ਦੇ ਖਿਲਾਫ ਜਿਹੜਾ ਅਸੀਂ ਸਦਾ ਕਹਿੰਦੇ ਰਹੇ ਕਿ ਬਾਹਰੀ ਦਖਲ ਬਰਦਾਸ਼ਤ ਨਹੀਂ, ਬਾਹਰੀ ਦਖਲ ਬਰਦਾਸ਼ਤ, ਤੇ ਬਾਹਰੀ ਦਖਲ ਅਸੀਂ ਆਪ ਮੰਗ ਲਿਆ। ਹਾਂ, ਹੁਣ ਜਿਹੜੀ ਜਾਂਚ ਹੈ, ਜੀ, ਇਹ ਜਾਂਚ ਬਿਲਕੁਲ ਦਰੁਸਤ ਹੈ ਕਿ ਜਾਂਚ ਹੋਵੇ, ਇਹ ਜਾਂਚ ਵਧੀਆ ਤਰੀਕੇ ਨਾਲ ਅੱਗੇ ਜਾਵੇ, ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇ, ਤੁਸੀਂ ਸਾਰੇ ਚਾਹੁੰਦੇ ਹੋ। ਹਾਂ, ਲੇਕਿਨ ਇਹ ਸਵਾਲ ਤੇ ਉੱਠੂਗਾ ਕਿ ਜਦੋਂ ਪਹਿਲੇ ਦਿਨ ਹੀ ਕੁਝ ਹੋਇਆ, ਉਦੋਂ ਸਖਤ ਫੈਸਲੇ ਲੈਣੇ ਬਣਦੇ। ਲੇਕਿਨ ਇਹਦੇ ਲਈ ਬੜਾ ਸਾਫ਼ ਹੈ ਕਿ ਜਿਸ ਮੁਕਾਮ ਤੱਕ ਇਹ ਸਾਰਾ ਵਰਤਾਰਾ ਪੁੱਜ ਗਿਆ, ਜੀ, ਜਿੰਨਾ ਕੁ ਜਿਹਨੂੰ ਪੰਜਾਬੀ ਕਹਿੰਦੇ ਨੇ ਝੱਲ ਮਾਰਨੀ, ਜੀ, ਇਹਦੇ ਤੋਂ ਵੱਧ ਮੇਰਾ ਖਿਆਲ ਹੈ, ਇਹ ਸ਼ਾਇਦ ਤੁਸੀਂ ਜ਼ਿਕਰ ਕਰ ਰਹੇ ਹੋ ਨਾ ਕਿ 1 ਜੂਨ 2015 ਨੂੰ ਇੱਕ ਸਰੂਪ ਚੋਰੀ ਹੋਇਆ, ਜੀ, ਜੀ, ਔਰ ਇੱਥੇ 267 ਦਾ ਮਾਮਲਾ ਆਇਆ, ਜੀ, ਔਰ ਇਹ ਮਾਮਲਾ ਕੋਈ ਐਡਾ ਸੌਖਾ ਨਹੀਂ ਹੈ, ਸੰਗੀਨ ਮਾਮਲਾ, ਗੰਭੀਰ ਮਾਮਲਾ। ਔਰ ਇਹਦੇ ਲਈ ਜਿਹੜੇ ਵੀ ਲੋਕ ਜਿਨ੍ਹਾਂ ਦੀ ਜ਼ਿੰਮੇਵਾਰੀ ਰਹੀ ਆ ਜੀ 2016 ਤੋਂ ਲੈ ਕੇ 2020 ਤੱਕ, ਉਹ ਸਾਰੇ ਜਿਹੜੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ, ਬਿਲਕੁਲ ਉੱਪਰਲੇ ਥੱਲੇ ਤੋਂ ਉੱਪਰ ਤੱਕ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਜਿਹੜੀ ਆ ਫਿਕਸ ਹੋਣੀ ਚਾਹੀਦੀ ਆ। ਔਰ ਜਿਹੜੇ ਵੀ ਇਹਨਾਂ ਵਿਭਾਗਾਂ ਨਾਲ ਸੰਬੰਧਿਤ, ਹਾਂ, ਜਿੱਥੋਂ ਵੀ ਲਿਖਾ ਪੜੀ ਹੁੰਦੀ ਹੈ, ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਧਿਆਨ ਰੱਖਦੇ। ਸੋ ਸਵਾਲ ਸਰਦਾਰ ਸਾਹਿਬ ਵੱਡਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲ ਹੈ ਕਿ ਜੇ ਉਹ ਰਾਜਨੀਤੀ ਦੀਆਂ ਪੌੜੀਆਂ ਸੌਖਿਆ ਚੜ੍ਹਨਾ ਚਾਹੁੰਦੇ ਆ ਤੇ ਫੈਸਲੇ ਲੈਣ ਦੀ ਕਲਾ ਤੇ ਉਹਨਾਂ 'ਚ ਹੈਗੀ ਆ, ਜਿਹੜੇ ਵੀ ਕੋਈ ਆਉਂਦੇ ਨੇ ਉਹਨਾਂ ਨੂੰ ਚੁਗੀ ਜਾਣ ਨਾਲੋਂ ਨਹੀਂ, ਕੁਦਰਤੀ ਦੇਖੋ ਨਾ ਜੀ, ਇੱਕ ਸੰਕਟ ਤੁਹਾਨੂੰ ਸਾਹ ਨਹੀਂ ਲੈਣ ਦੇ ਰਿਹਾ, ਉਹਦੇ ਨਾਲੋਂ ਸੰਗੀਨ ਸੰਕਟ ਸਾਹਮਣੇ ਆ, ਤੁਸੀਂ ਸਾਹਮਣੇ ਆ, ਤੇ ਤੁਸੀਂ ਫੈਸਲਾ ਹੀ ਨਹੀਂ ਲਿਆ, ਫੈਸਲਾ ਡਿਲੇ ਕਿਉਂ ਕਰ ਗਏ। ਸੋ ਅਜੇ ਵੀ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੈ ਕਿ ਸਖਤ ਸਟੈਪ ਲਏ ਜਾਣ ਇਹਨਾਂ ਮਾਮਲਿਆਂ 'ਚ, ਤਾਂ ਕਿ ਇਹੋ ਜਿਹੀਆਂ ਗਲਤੀਆਂ ਇਹ ਕੌਮ ਦੇ ਉੱਤੇ ਬਦਨੁਮਾ ਦਾਗ ਨੇ, ਇਹ ਨਹੀਂ ਹੋਣੀਆਂ ਚਾਹੀਦੀਆਂ। ਸਾਡੇ ਪ੍ਰਬੰਧ ਤੇ ਵੀ ਆ, ਸਾਡੇ ਕਿਰਦਾਰਾਂ ਤੇ ਵੀ ਆਉਂਦਾ ਹੈ। ਅਸੀਂ ਚੋਰੀ ਕਿਉਂ ਕਰਦੇ ਆ, ਅਸੀਂ ਚੁੱਪ ਕਿਉਂ ਰਹਿ ਜਾਂਦੇ ਆ, ਅਸੀਂ ਇਹਨੂੰ ਇੱਕ ਤਰ੍ਹਾਂ ਨਾਲ ਛੁਪਾਉਣ ਦੀ ਕੋਸ਼ਿਸ਼ ਕਿਉਂ ਕਰਦੇ ਆ। ਸੋ ਜੇ ਕੋਈ ਹੈ ਤਾਂ ਨੰਗੇ ਚਿੱਟੇ ਰੂਪ 'ਚ ਸਾਹਮਣੇ ਆ ਜਾਏ। ਅੱਛਾ, ਅਗਲੀ ਗੱਲ ਸਰਦਾਰ ਸਾਹਿਬ ਬਹੁਤ ਅਹਿਮ ਆ, ਜਿਹੜਾ ਇਹ ਵੀਰਪਾਲ ਵਾਲਾ ਮਾਮਲਾ ਹੈ ਜੀ, ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਪਰਚਾ ਕਰਾ ਰਿਹਾ। ਦੇਖੋ, ਇੱਕ ਤਾਂ ਇਹ ਵੀ ਬੜੀ ਸੰਗੀਨ ਗੱਲ ਹੈ ਕਿ ਬਿਨਾਂ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ, ਔਰ ਉਹ ਉਸ ਦਿਨ ਅਜੇ ਮਾਮਲਾ ਸਾਹਮਣੇ ਹੀ ਆਇਆ ਸੀ ਕਿ ਕਿਸੇ ਦੇ ਉੱਤੇ ਬਿਨਾਂ ਤੱਥਾਂ ਤੋਂ ਇਹ ਦੋਸ਼ ਲਾਉਣਾ ਉਹ ਵੀ ਅਨੈਤਿਕ ਆ। ਜੀ, ਅਸੀਂ ਇਹ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਿੱਧਾ ਦੋਸ਼ ਲਾਉਣਾ ਬਿਨਾਂ ਸਬੂਤ ਦੇ, ਜੇ ਕੋਈ ਸਬੂਤ ਨਹੀਂ ਹੈਗਾ ਤੇ ਮਾੜੀ ਗੱਲ। ਸੋ ਫਿਰ ਜੇਕਰ ਹੁਣ ਸਾਰੀਆਂ ਧਿਰਾਂ ਇਹਦੇ ਤੋਂ ਮੁੱਕ ਰਹੀਆਂ, ਸ਼ਸ਼ੀਕਾਂਤ ਮੁੱਕਰੇ, ਵੀਰਪਾਲ ਕੌਰ ਵੀ ਇੱਕ ਤਰ੍ਹਾਂ ਨਾਲ ਪਿਛਾਂਹ ਹਟਦੀ ਨਜ਼ਰ ਆਈ, ਤਰੀਕਾ ਉਹਨੇ ਕੋਈ ਵੀ ਅਪਣਾਇਆ। ਵੀਰਪਾਲ ਕੌਰ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ, ਜਿਸ ਤਰ੍ਹਾਂ ਨਾਲ ਕੰਪੈਰੀਜ਼ਨ ਕੀਤਾ, ਸੋ ਉਹ ਵੀ ਇੱਕ ਸੰਗੀਨ ਮਸਲਾ ਹੈ ਤੇ ਅੱਜ ਉਹ ਪਰਚਾ ਕਰਾ ਰਹੇ ਆ। ਦੇਖੋ ਹੁਣ ਇਹ ਲੜਾਈ ਦੇ ਵਿੱਚੋਂ ਅਕਾਲੀ ਦਲ ਨੂੰ ਕਿੰਨੀ ਰਾਹਤ ਮਿਲਦੀ ਹੈ। ਲੇਕਿਨ ਸੁਖਪਾਲ ਸਿੰਘ ਖਹਿਰਾ ਜਦੋਂ ਅੱਜ ਸ੍ਰੀ ਦਰਬਾਰ ਸਾਹਿਬ ਸੀਗੇ ਤੇ ਉਹ ਸਵਾਲ ਉਠਾ ਰਹੇ ਸੀ ਕੇਂਦਰ ਦੇ ਉੱਤੇ ਵੀ, ਪੰਜਾਬ ਸਰਕਾਰ ਤੇ ਵੀ, ਤੇ ਨਾਲ ਦੀ ਨਾਲ ਉਹ ਅਕਾਲੀ ਦਲ ਤੇ ਵੀ ਉਠਾ ਰਹੇ ਸੀ, ਅਕਾਲੀ ਦਲ ਤੇ, ਕਿ ਅਕਾਲੀ ਦਲ ਦੀ ਨੈਤਿਕ ਜ਼ਿੰਮੇਵਾਰੀ ਸੀ। ਜਿਹੜੇ ਬੱਚੇ ਕਿਧਰੇ ਪੰਗੇ 'ਚ ਸੀ, ਜਿਹੜੇ ਤਾਂ ਦੇਖੋ ਗਲਤ ਨੇ, ਉਹਨਾਂ ਨੂੰ ਤਾਂ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ,
ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ। ਲੇਕਿਨ ਜਿਹੜੇ ਬਦੋਸ਼ੇ ਮਜ਼ਲੂਮ ਜੀ, ਜਿਨ੍ਹਾਂ ਦਾ ਖਹਿਰਾ ਜ਼ਿਕਰ ਕਰ ਜੀ। ਰਿਹਾ, ਸੋ ਸਰਦਾਰ ਸਾਹਿਬ ਉਹਨਾਂ ਮਾਮਲਿਆਂ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ, ਅਕਾਲੀ ਦਲ, ਕੇਂਦਰ ਚ ਭਾਈਵਾਲ, ਵਜ਼ੀਰ ਔਰ ਕਾਂਗਰਸ ਦੀ ਜਿਹੜੀ ਸਰਕਾਰ ਆ, ਇਹਨਾਂ ਸਾਰਿਆਂ ਤੇ ਉਹਨਾਂ ਨੇ ਸਵਾਲ ਉਠਾਏ ਆ। ਦੇਖੋ, ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਲ ਹੈ, ਉਹ ਕਹਿੰਦੇ ਕਿ ਜਦੋਂ ਬੇਦੋਸ਼ੇ ਮੁੰਡੇ ਜਿਹੜੇ ਨੇ ਜੀ ਫੜੇ ਜਾ ਰਹੇ ਨੇ, 6 ਕੇਸ ਉਹ ਲੈ ਕੇ ਆਏ ਨੇ, ਅੱਜ 6 ਮੁੰਡਿਆਂ ਦੀ ਗੱਲ ਕੀਤੀ ਉਹਨਾਂ ਨੇ। ਉਹ ਕਹਿੰਦੇ ਕਿ ਇਹ ਜਿਹੜੇ 6 ਮੁੰਡੇ ਆ, ਇਹ ਅਸੀਂ ਬਕਾਇਦਾ ਇਹਨਾਂ 'ਚ ਡਾਕਟਰ ਧਰਮਵੀਰ ਗਾਂਧੀ ਜੀ ਔਰ ਸੁਖਪਾਲ ਸਿੰਘ ਖਹਿਰਾ ਆਪ, ਜਗਦੇਵ ਸਿੰਘ ਕਮਾਲੂ ਜਿਹੜੇ ਐਮਐਲਏ ਮੌੜ ਨੇ, ਪਿਰਮਲ ਸਿੰਘ ਖਾਲਸਾ ਐਮਐਲਏ ਭਦੌੜ ਔਰ ਜਗਤਾਰ ਸਿੰਘ ਜੱਗਾ ਜਿਹੜੇ ਨੇ ਐਮਐਲਏ ਰਾਏਕੋਟ ਨੇ, ਇਹ ਬਰਾਬਰ ਕਹਿੰਦੇ ਨੇ ਕਿ ਅਸੀਂ ਸਾਰੀਆਂ ਜਗ੍ਹਾ ਤੇ ਗਏ ਹਾਂ। ਅੱਛਾ। ਬਕਾਇਦੇ ਕਹਿੰਦੇ ਪਿੰਡਾਂ ਦੀਆਂ ਪੰਚਾਇਤਾਂ ਤੱਕ ਅਸੀਂ ਤਸਦੀਕ ਕੀਤਾ ਵੀ ਕੀ ਹੈ ਤੇ ਕੀ ਨਹੀਂ ਹੈ, ਪੁਲਿਸ ਨੇ ਕਹਾਣੀ ਕੀ ਬਣਾਈ ਆ, ਮੁੰਡੇ ਫੜੇ ਕਿੱਦਾਂ ਗਏ ਆ ਤੇ ਕਾਂ ਕੀ ਆ। ਉਹ ਕਹਿੰਦੇ ਸਾਡਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਅਸੀਂ ਨਾ ਖਾਲਿਸਤਾਨ ਦੀ ਗੱਲ ਕਰਦੇ ਪਏ ਆ, ਨਾ ਰੈਫਰੈਂਡਮ ਦੀ ਗੱਲ ਕਰਦੇ ਪਏ ਆ ਜੀ। ਅਸੀਂ ਗੱਲ ਕਰਦੇ ਹਾਂ ਕਿ ਅਗਰ ਕਿਸੇ ਬੱਚੇ ਦੀ ਕੋਈ ਗਲਤੀ ਹੈ ਜੀ ਤੇ ਉਹਨੂੰ ਉਹਦੀ ਸਜ਼ਾ ਦਿੱਤੀ ਜਾਵੇ, ਇਹ ਨਹੀਂ ਕਿ ਉਹਨੂੰ ਤਾਂ ਜ਼ਿੰਦਗੀ ਜੇਲ੍ਹਾਂ ਦੇ ਅੰਦਰ ਬੰਦ ਕਰਤਾ ਜਾਵੇ ਜੀ ਤੇ ਜਾਂ ਆਪਣੀਆਂ ਕਹਾਣੀਆਂ ਘੜੀਆਂ ਜਾਣ। ਉਹ ਕਹਿੰਦੇ ਸਭ ਤੋਂ ਵੱਡਾ ਦੋਸ਼ੀ ਅਕਾਲੀ ਦਲ ਹੈ। ਉਹ ਇਸ ਕਰਕੇ ਉਹ ਕਹਿੰਦੇ ਕਿ ਅਕਾਲੀ ਦਲ ਹਮੇਸ਼ਾ ਦਾਅਵਾ ਕਰਦਾ ਕਿ ਉਹ ਸਿੱਖਾਂ ਦੀ ਜਮਾਤ ਹੈ, ਜੀ ਉਹ ਪੰਥਕ ਜਮਾਤ ਹੈ, ਉਹ ਘੱਟ ਗਿਣਤੀਆਂ ਦਾ ਖਿਆਲ ਕਰਦੀ ਹੈ। ਕਿਉਂਕਿ ਜਿਹੜੇ ਮੁੰਡਿਆਂ ਦੀ ਅੱਜ ਇਹਨਾਂ ਨੇ ਗੱਲ ਕੀਤੀ 6 ਦੀ, ਜੀ ਉਹ ਸੰਯੋਗਵਸ਼ ਸਾਰੇ ਹੀ ਸਮਾਜ ਦੇ ਦਲਿਤ ਹਿੱਸੇ ਦੇ ਨਾਲ ਸੰਬੰਧਿਤ ਨੇ। ਅੱਛਾ। ਉਹ ਕਹਿੰਦੇ ਉਸ ਤੋਂ ਬਾਅਦ ਕਪਤਾਨ ਸਾਹਿਬ ਦੀ ਸਰਕਾਰ ਹੈ ਵੀ ਅਗਰ ਕੋਈ ਐਸਾ ਕੁਝ ਹੁੰਦਾ ਆ ਤੇ ਕਹਿੰਦੇ ਕਿ ਉਸ ਵੇਲੇ ਪੰਜਾਬ ਦੇ ਡੀਜੀਪੀ ਨੇ ਇੱਕ ਬਿਆਨ ਦਿੱਤਾ ਸੀ ਜਿਹਨੂੰ ਆਧਾਰ ਬਣਾ ਕੇ ਕਹਿ ਰਹੇ 1 ਜੁਲਾਈ ਨੂੰ ਕਿ ਪੰਜਾਬ ਪੁਲਿਸ ਬਸਟਡ ਏ ਗੈਂਗ ਆਫ KLF। ਜੀ। ਉਹ ਕਹਿੰਦੇ ਕਿ ਜਦੋਂ ਪੰਜਾਬ ਪੁਲਿਸ ਇਹ ਜ਼ਿੰਮੇਵਾਰੀ ਲੈ ਰਹੀ ਹੈ ਤੇ ਫਿਰ ਇਹ ਮਾਮਲੇ ਜਿਹੜੇ ਆ ਜਦੋਂ ਗਲਤ ਨਿਕਲਦੇ ਪਏ ਨੇ ਤੇ ਇਹਦੇ ਲਈ ਦੋਸ਼ੀ ਕੌਣ ਆ। ਉਹ ਕਹਿੰਦੇ ਕਿ ਅਗਰ ਕੇਂਦਰ ਦੇ ਵਿੱਚ ਇਸ ਵੇਲੇ ਕਿਸੇ ਦੀ ਥੋੜੀ ਬਹੁਤੀ ਕੋਈ ਕਹੀ ਸੁਣੀ ਜਾਂਦੀ ਹੈ ਤੇ ਉਹ ਅਕਾਲੀ ਦਲ ਹੈ। ਜੀ। ਅਗਰ ਕਹਿੰਦੇ ਕੋਈ ਐਸਾ ਭਾਣਾ ਵਰਤਦਾ ਆ ਤੇ ਇਹਨਾਂ ਨੂੰ ਚਾਹੀਦਾ ਸੀ ਉਸੇ ਵੇਲੇ ਬੀਬਾ ਹਰਸਿਮਰਤ ਜਾਂਦੇ ਅਮਿਤ ਸ਼ਾਹ ਜੀ ਨੂੰ ਕਹਿੰਦੇ ਕਿ ਦੇਖੋ ਆ ਗਲਤ ਹੋਣ ਡਿਆ, ਸਾਡੇ ਪੰਜਾਬ ਨੂੰ ਸ਼ਾਂਤ ਰਹਿਣ ਦਿਓ। ਉਹ ਕਹਿੰਦੇ ਇਸ ਤਰ੍ਹਾਂ ਜੇ ਤੁਸੀਂ ਕਰੋਗੇ, ਗਲਤ ਪਰਚੇ ਦਰਜ ਕਰੋਗੇ ਜਾਂ ਧੱਕੇਸ਼ਾਹੀ ਕਰੋਗੇ, ਫਿਰ ਪੰਜਾਬ ਦੇ ਹਾਲਾਤ ਖਰਾਬ ਹੋਣਗੇ, ਬਿਲਕੁਲ, ਜਿਹੜੇ ਅਸੀਂ ਨਹੀਂ ਚਾਹੁੰਦੇ। ਦੋਸਤੋ ਗੱਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਇਸ ਬੜੇ ਸੰਵੇਦਨਸ਼ੀਲ ਮਸਲੇ ਨੂੰ ਹੱਥ 'ਚ ਲੈ ਕੇ ਤੁਰੇ। ਖੈਰ, ਜਿੱਥੇ ਕਿਤੇ ਕੋਈ ਮਜ਼ਲੂਮ ਹੈ ਉਹਦੇ ਹੱਕ 'ਚ ਖੜਨਾ ਚੰਗੀ ਗੱਲ ਆ, ਇਹ ਸਿੱਖੀ ਪਰੰਪਰਾਵਾਂ ਵੀ ਆ ਔਰ ਲੀਡਰਸ਼ਿਪ ਦੀ ਡਿਊਟੀ ਵੀ ਬਣਦੀ ਆ। ਸਵਾਲ ਇਹ ਹੈ ਕਿ ਪੰਜਾਬ ਜਦੋਂ ਬਿਲਕੁਲ ਸ਼ਾਂਤ ਹੈ ਤੇ ਇਹਦੇ ਸ਼ਾਂਤ ਪਾਣੀਆਂ 'ਚ ਜੇ ਕੋਈ ਵੱਟਾ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਸਾਨੂੰ ਉਹ ਵੀ ਟਰੇਸ ਕਰਨੇ ਬਣਦੇ। ਬਿਲਕੁਲ। ਸਵਾਲ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਹੁਣ ਖਾੜਕੂਵਾਦ ਵਰਗੀ, ਅੱਤਵਾਦ ਵਰਗੀ ਕੋਈ ਸਰਗਰਮੀ ਹੈ ਹੀ ਨਹੀਂ। ਬਿਲਕੁਲ ਸਹੀ। ਇਹੋ ਸਵਾਲ ਉਹਨਾਂ ਨੇ ਕੀਤਾ ਮੀਡੀਆ ਨੂੰ। ਉਹ ਕਹਿੰਦੇ ਕਿ ਦੱਸੋ ਪੰਜਾਬ 'ਚ ਤੁਹਾਨੂੰ ਕਿਤੇ ਖਾਲਿਸਤਾਨ ਨਜ਼ਰ ਆ ਰਿਹਾ, ਕੋਈ ਲਹਿਰ ਨਜ਼ਰ ਆ ਰਹੀ ਹੈ? ਨਹੀਂ ਸਰਦਾਰ ਸਾਹਿਬ, ਦੇਖੋ ਇਹ ਇੱਕ ਐਸਾ ਮੁੱਦਾ ਹੈ ਹਾਂ ਜਿਹੜਾ ਇਸ ਵੇਲੇ ਕਿਤੇ ਵੀ ਨਹੀਂ ਹੈ। ਇਸ ਵੇਲੇ ਲੋਕ, ਪੰਜਾਬ ਦੇ ਲੋਕ ਆਪਣੇ ਬੁਨਿਆਦੀ ਲੋੜਾਂ ਲਈ ਜੂਝਦੇ ਪਏ। ਤੁਸੀਂ ਕਰੋਨਾ ਦੀ ਗੱਲ ਕੀਤੀ, ਇਹਦੇ ਤੇ ਲੋਕ ਭੁੱਖਮਰੀ ਚੋਂ ਬਾਹਰ ਨਹੀਂ ਆਏ। ਪੰਜਾਬ ਦੇ ਲੋਕ ਪੂਰੀ ਦੁਨੀਆ 'ਚ ਫੈਲ ਗਏ। ਪੰਜਾਬ ਦੇ ਲੋਕ ਜਿਹੜੇ ਆ ਉਹ ਵੱਡੇ ਹੋ ਰਹੇ, ਵਿਸਥਾਰ ਲੈ ਰਹੇ ਆ। ਬਿਲਕੁਲ। ਉਹ ਖਿੱਤਿਆਂ 'ਚ ਸੀਮਤ ਹੋਣ ਦੀ ਸੋਚ ਅਜੇ ਨਹੀਂ ਲੈ ਰਹੇ। ਹਾਂ, ਅਸੀਂ ਕਿਸੇ ਵਿਚਾਰਧਾਰਾ ਦੇ ਖਿਲਾਫ ਨਹੀਂ, ਲੇਕਿਨ ਜੋ ਜਿਹੜੀ ਬਹੁਗਿਣਤੀ ਲੋਕਾਂ ਦੀ ਸੋਚ ਹੈ ਉਹ ਇਹ ਹੈ ਕਿ ਜਦੋਂ ਕੁਝ ਵੀ ਗਲਤ ਨਹੀਂ ਹੋ ਰਿਹਾ, ਕੁਝ ਵੀ ਅੱਤਵਾਦ ਵਰਗੀ ਗੱਲ ਨਹੀਂ, ਸਭ ਸ਼ਾਂਤ ਹੈ, ਸਭ ਠੀਕ ਹੈ, ਫਿਰ ਜੇਕਰ ਕੋਈ ਅਨਸਰ, ਕੋਈ ਗਰਮ ਖਿਆਲੀ ਵਿਦੇਸ਼ ਦੀ ਧਰਤੀ ਦੇ ਬਹਿ ਕੇ ਉਧਰ ਦੀ ਸਿਟੀਜ਼ਨਸ਼ਿਪ ਲੈ ਕੇ ਆਜ਼ਾਦ ਖਿਆਲਾਂ 'ਚ ਆਪਣੇ ਆਜ਼ਾਦੀ ਜਿਹੜੀ ਬੋਲਣ ਦੀ ਆ ਉਹਦਾ ਫਾਇਦਾ ਲੈਂਦੇ ਆ, ਬਿਲਕੁਲ ਸੁਰੱਖਿਅਤ ਰੂਪ ਦੇ ਵਿੱਚ ਪੰਜਾਬੀਆਂ ਨੂੰ ਪੰਗੇ 'ਚ ਪਾਉਂਦਾ। ਹਾਂ, ਉਹ ਵੀ ਦੇਖਣਾ ਬਣਦਾ ਹੈ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਲੀਅਰ ਕਰਨਾ ਚਾਹੀਦਾ ਕਿ ਰੈਫਰੈਂਡਮ ਦੇ ਨਾਂ ਤੇ ਜੋ ਕੁਝ ਹੋ ਰਿਹਾ, ਇਹਦੇ ਪਿੱਛੇ ਜਿਹੜੇ ਲੋਕ ਲੱਗੇ ਆ ਉਹਨਾਂ ਦੇ ਸਿੱਖੀ ਸਰੋਕਾਰ ਕਿੰਨੇ ਕਾ, ਉਹ ਕਿੰਨੇ ਕੁ ਹਮਦਰਦ ਨੇ, ਕਿੰਨੇ ਕੁ ਫਾਇਦੇ ਆ, ਕੀ ਨੁਕਸਾਨ ਹੈ। ਨਹੀਂ ਤਾਂ ਤੁਸੀਂ ਕਹਿੰਦੇ ਹੁੰਦੇ ਕੰਧ 'ਚ ਸਿਰ ਮਾਰ ਕੇ ਸਿਰ ਪੜਵਾਓਗੇ, ਪਹਿਲਾਂ ਵੀ ਪੜਵਾਏ। ਤੁਸੀਂ ਕਿਸੇ ਵਿਚਾਰਧਾਰਾ ਦੇ ਹੋ, ਤੁਹਾਨੂੰ ਖੈਰ ਮੁਬਾਰਕ, ਤੁਸੀਂ ਰਹੋ। ਹਰੇਕ ਬੰਦੇ ਦੀ ਆਪਣੀ ਤਰ੍ਹਾਂ ਦੀ ਵਿਚਾਰਧਾਰਾ ਹੈ, ਲੇਕਿਨ ਜਿਹੜਾ ਆਮ ਜਨ ਸਧਾਰਨ ਹੈ ਉਹਨੂੰ ਤੁਸੀਂ ਪਰੇਸ਼ਾਨੀ 'ਚ ਨਾ ਪਾਓ। ਹਾਂ, ਜਾਂ ਤੁਸੀਂ ਜਿਵੇਂ ਪਿਛਲੇ ਸਮੇਂ 'ਚ ਕਾਮਰੇਡ ਕਰਦੇ ਹੁੰਦੇ ਸੀ, ਸਕੂਲਿੰਗ ਹੁੰਦੀ ਸੀ ਹਰ ਚੀਜ਼ ਦੀ। ਸੋ ਜਾਂ ਤਾਂ ਇਹ ਹੈ ਕਿ ਕੋਈ ਬੜੀ ਜਾਗਰੂਕਤਾ ਹੈ
ਜੀ। ਤੁਹਾਨੂੰ ਲੱਗਦਾ ਕਿ ਅਸੀਂ ਕੋਈ ਬਹੁਤ ਵੱਡੀ ਕ੍ਰਾਂਤੀ ਲੈ ਆਉਣ ਵਾਲੇ ਹਾਂ। ਅਲੱਗ ਗੱਲ ਆ। ਸੋ ਸਵਾਲ ਇਹ ਸੀਗਾ ਕਿ ਖਹਿਰਾ ਵੱਲੋਂ ਮਜ਼ਲੂਮ ਦੇ ਹੱਕ 'ਚ ਖੜਨ ਵਾਲੀ ਜਿਹੜੀ ਗੱਲ ਉਹ ਠੀਕ ਹੈ, ਜਦੋਂ ਪੰਜਾਬ ਸ਼ਾਂਤ ਹੈ ਤੇ ਫਿਰ ਉਹਦੇ ਵਿੱਚ ਉਲਝਣ ਵਾਲੇ ਸਵਾਲ ਨਾ ਖੜੇ ਕੀਤੇ ਜਾਣ। ਜਿਹੜੇ ਲੋਕ ਕਿਸੇ ਵੀ ਗਲਤ ਮੂਵਮੈਂਟ ਦਾ ਹਿੱਸਾ ਨਹੀਂ, ਜੇ ਉਹ ਕਿਸੇ ਅਣਜਾਣਪੁਣੇ 'ਚ ਅਨਭੋਲਪੁਣੇ 'ਚ ਫਸਦੇ ਆ, ਉਹਨਾਂ ਦੀ ਮਦਦ ਲਈ ਸਾਡੀਆਂ ਸੰਸਥਾਵਾਂ ਕਿੰਨੀ ਕੁ ਕਰ ਸਕਦੀਆਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਿਆਨ ਦਿੱਤਾ ਸੀ, ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਪੈਰਵਾਈ ਕਰੋ, ਜਿਹੜੇ ਇਨੋਸੈਂਟ ਨੇ ਉਹਨਾਂ ਦੀ ਮਦਦ ਕਰੋ। ਅੱਜ ਫਿਰ ਕਿਹਾ ਉਹਨਾਂ ਨੇ। ਅੱਛਾ, ਜਥੇਦਾਰ ਸਾਹਿਬ ਨੇ ਪਿਛਲੀ ਵਾਰੀ ਵੀ ਕਿਹਾ ਸੀਗਾ, ਜਦੋਂ ਪਿਛਲੀ ਵਾਰ ਸਵਾਲ ਪੁੱਛਿਆ ਸੀਗਾ ਮੀਡੀਆ ਨੇ, ਉਦੋਂ ਕਹਿੰਦੇ ਸੀ ਬਸ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਤੀ ਆ। ਜੀ। ਅੱਜ ਫਿਰ ਕਹਿੰਦੇ ਜੀ ਕਿ ਸ਼੍ਰੋਮਣੀ ਕਮੇਟੀ ਨੂੰ ਕਿਹਾ ਕੋਈ ਵਕੀਲ ਲਾ ਦਿਓ। ਜੀ। ਮਸਲਾ ਇਹ ਕਹਿਣਾ ਵੀ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ। ਸਰਦਾਰ ਸਾਹਿਬ ਮੈਨੂੰ ਤੁਸੀਂ ਇੱਕ ਗੱਲ ਦੱਸੋ, ਮੈਂ ਤਾਂ ਕਈ ਵਾਰੀ ਕਹਿਣਾ ਹੁੰਦਾ ਹੈ ਕਿ ਯਾਰ ਉਹ ਤੁਹਾਨੂੰ ਇੱਕ ਸਟੇਟ ਦੇ ਵਿੱਚ ਇੱਕ ਢੰਗ ਦਾ ਮੁੱਖ ਮੰਤਰੀ ਤੇ ਐਮਐਲਏ ਤੇ ਵਜ਼ਾਰਤ ਚੁਣਨੀ ਆ ਜੀ, ਉਹ ਤਾਂ ਤੁਸੀਂ ਦਹਾਕਿਆਂ ਤੋਂ ਚੁਣ ਨਹੀਂ ਸਕੇ। ਹਾਂ ਠੀਕ ਹੈ ਜੀ, ਤੁਸੀਂ ਬੜੇ ਪਿਓਰ ਜੇ ਲੋਕ ਚੁਣਨੇ ਆ। ਬਿਲਕੁਲ। ਅਸੀਂ ਜਿਹੜਾ ਰਾਈਟ ਸਾਨੂੰ ਮਿਲਿਆ ਅਸੀਂ ਕਦੋਂ ਉਹਦੀ ਵਰਤੋਂ ਕੀਤੀ ਹੈ? ਅਸੀਂ ਸਿਆਸਤ ਦੇ ਵਿੱਚ ਹਰ ਤਰ੍ਹਾਂ ਦਾ ਗੁਨਾਹ ਹੁੰਦਾ ਵੇਖਦੇ ਆ ਤੇ ਖੁੱਲ ਕੇ ਤਾੜੀ ਮਾਰਦੇ ਹਾਂ ਕਰਦੇ ਰਹੇ ਨੇ। ਬਸ ਮਤਲਬ ਹੈ ਕੋਈ ਤਮਾਸ਼ਬੀਨਾਂ ਵਾਲੀ ਵਾਲੀ। ਫਿਰ ਅਸੀਂ ਉਹ ਦਾਈਏ ਮਿੱਥਦੇ ਆ ਜਿਨ੍ਹਾਂ ਦਾਈਆਂ ਤੱਕ ਪਹੁੰਚੇ ਨਹੀਂ ਜਾਣਾ, ਤੇ ਜੁੱਤੀ ਉਹਨਾਂ ਲੋਕਾਂ ਨੂੰ ਫਿਰਦੀ ਆ ਜਿਹੜੇ ਵਿਚਾਰੇ ਹਮਾਤੜ ਆ। ਬਿਲਕੁਲ। ਇੱਕ ਬੰਨੇ ਉਹ ਢਿੱਡ ਦੀ ਭੁੱਖ ਨਾਲ ਜੂਝਦੇ ਆ ਤੇ ਦੂਜੇ ਬੰਨੇ ਉਹ ਸਰਕਾਰੀ ਜੋਤੀ ਖਾਂਦੇ। ਬਿਲਕੁਲ ਸਹੀ ਗੱਲ। ਸੋ ਸਾਡੀਆਂ ਸੰਸਥਾਵਾਂ ਮਜ਼ੇ ਨਾਲ, ਹੁਣ ਮੈਂ ਦੇਖਦਾ ਹਾਂ ਸਰਦਾਰ ਸਾਹਿਬ, ਕਿਸੇ ਵੇਲੇ ਬੁਰਾ ਲੱਗਦਾ ਹੈ, ਆਪਣੇ ਮਨ ਨੂੰ ਵੀ ਆਉਂਦਾ ਕਿ ਅਸੀਂ ਵੀ ਭਾਸ਼ਣ ਕਰਦੇ ਹਾਂ ਤਾਂ ਫਾਇਦਾ। ਸਾਡੀਆਂ ਵੱਡੀਆਂ ਸੰਸਥਾਵਾਂ ਦੇ ਮੁਖੀ 20 ਗਨਮੈਨ ਲਈ ਫਿਰਦੇ। ਬਿਲਕੁਲ। ਤੁਸੀਂ ਮੈਨੂੰ ਦੱਸੋ ਵੀ ਉਹੀ ਸਟੇਟ ਆ, ਉਹੀ ਤੁਹਾਨੂੰ ਪ੍ਰੋਟੈਕਟ ਕਰ ਰਹੀ ਜੀ, ਤੇ ਤੁਸੀਂ ਨੁਮਾਇੰਦਗੀ ਕਿਹਦੀ ਕਰਦੇ ਹੋ? ਤੁਸੀਂ ਆ ਗੱਲ ਕਹਿਤੀ। ਅੱਜ ਮੁੱਖ ਮੰਤਰੀ ਹੈ ਤੇ ਅੱਜ ਉਹਦੇ ਮਗਰ 200 ਗੱਡੀ ਹੈ, ਕੱਲ ਨੂੰ ਮੁੱਖ ਮੰਤਰੀ ਨਹੀਂ ਹੈ ਤੇ ਉਹਦੇ ਮਗਰ 20 ਗੱਡੀਆਂ ਨੇ, ਖਤਰਾ 10 ਗੁਣਾ ਘਟ ਜਾਂਦਾ। ਮੈਂ ਕਿਹਾ ਚਲੋ ਉਹ ਵੀ ਛੱਡੋ, ਤੁਸੀਂ ਦੱਸੋ ਵੀ ਸਾਡੇ ਵੱਡੇ ਅਦਾਰਿਆਂ ਦੇ ਹੋਣਾ ਤੇ ਲੋਕ ਨੁਮਾਇੰਦੇ, ਜਥੇਦਾਰ ਲੋਕ ਨੁਮਾਇੰਦੇ ਕੋ ਹੋਣਾ। ਬਿਲਕੁਲ, ਲੋਕ ਨੁਮਾਇੰਦੇ ਕੋ ਹੋਣਾ, ਲੇਕਿਨ ਲੋਕਾਂ ਤੋਂ ਸੋਸ਼ਲ ਡਿਸਟੈਂਸ ਬਣਾ ਕੇ ਤੁਰਨਾ। ਫਿਰ ਮੈਨੂੰ ਇਹ ਦੱਸੋ ਕਿ ਜਿਨ੍ਹਾਂ ਧਿਰਾਂ ਦੇ ਹੁਣ ਅਸੀਂ ਤਾਂ ਕਈ ਐਸੇ ਪੁਲਿਸ ਅਫਸਰ ਵੀ ਦੇਖੇ ਜਿਹੜੇ ਪੁਲਿਸ 'ਚ ਰਹਿੰਦੇ ਆ, ਬੜੇ ਸਿੱਖੀ ਸਰੂਪ 'ਚ ਨੇ। ਕਈ ਪੁਲਿਸ ਅਫਸਰ ਐਸੇ ਆ ਜਿਹੜੇ ਹਿਊਮਨ ਰਾਈਟਸ ਨੂੰ ਬਹੁਤ ਪਹਿਲ ਦਿੰਦੇ ਆ, ਜਿਨ੍ਹਾਂ ਦੀਆਂ ਤਰਜੀਹਾਂ ਨੇ। ਸੋ ਸਵਾਲ ਉਹਨਾਂ ਲੋਕਾਂ ਨੂੰ ਵੀ ਆ, ਸਰਕਾਰ 'ਚ ਬੈਠੀਆਂ ਧਿਰਾਂ ਨੂੰ ਵੀ ਆ ਕਿ ਪੰਜਾਬ ਦੇ ਸ਼ਾਂਤ ਪਾਣੀਆਂ ਦੇ ਵਿੱਚ ਸ਼ਾਂਤੀ ਰੱਖਣੀ ਬਣਦੀ ਆ। ਉਹ ਤੁਹਾਡੀ ਜ਼ਿੰਮੇਵਾਰੀ ਸਰਕਾਰਾਂ ਵਾਲੀ ਜ਼ਿਆਦਾ ਬਣਦੀ ਹੈ, ਸਿੱਖ ਸੰਸਥਾਵਾਂ ਦੇ ਮੁਖੀਆਂ ਦੀ ਉਸ ਤੋਂ ਵੱਧ ਬਣਦੀ ਹੈ। ਸੁਖਪਾਲ ਸਿੰਘ ਖਹਿਰਾ ਨੂੰ ਵੀ ਚਾਹੀਦਾ ਹੈ ਕਿ ਉਹ ਜ਼ਰੂਰ ਇਹਨਾਂ ਸਾਰੀਆਂ ਧਿਰਾਂ ਨਾਲ, ਜਿਵੇਂ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਿਆ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲਣ। ਬਿਲਕੁਲ। ਸਾਰਾ ਉਹਨਾਂ ਕਿਹਾ ਕਿ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਜੀ, ਤੇ ਅਸੀਂ ਤੇ ਉਹਨਾਂ ਨੂੰ ਇਹ ਕਿਹਾ ਸੀ ਕਿ ਕੀ ਤੁਸੀਂ ਪੰਜਾਬ ਵਿਧਾਨ ਸਭਾ 'ਚ ਮੁੱਦਾ ਉਠਾਓਗੇ? ਤੁਸੀਂ ਚੁਣੇ ਹੋਏ ਵਿਧਾਇਕ ਹੋ, ਆਖਰਕਾਰ ਲੋਕ ਨੁਮਾਇੰਦੇ ਹੋ। ਜੇ ਤੁਹਾਡਾ ਮੁੱਖ ਮੰਤਰੀ ਤੁਹਾਨੂੰ ਸੁਣਨ ਨੂੰ ਤਿਆਰ ਨਹੀਂ ਹੈ ਜੀ, ਤੇ ਫਿਰ ਤੁਸੀਂ ਹੋਰ ਕਿਸੇ ਕੋਲ ਕੀ ਆਸ ਕਰਦੇ ਹੋ? ਬਿਲਕੁਲ ਠੀਕ ਹੈ। ਸੋ ਇਹ ਇੱਕ ਲੋਕ ਲਹਿਰ ਤੇ ਕਹੀ ਜਾ ਸਕਦੀ ਹੈ, ਕੰਮ ਹੋਣਾ ਚਾਹੀਦਾ। ਲੇਕਿਨ ਸਵਾਲ ਫਿਰ ਇਹ ਹੋਈ ਆ ਕਿ ਤੁਹਾਡੀ ਗੱਲ ਖੋਣੋ, ਜਦੋਂ ਤੁਸੀਂ ਅਕਸਰ ਕਹਿੰਦੇ ਜੇ ਕਿ ਜਦੋਂ ਕੋਈ ਹੋਰ ਮੁੱਦਾ ਆਇਆ ਤੇ ਫਿਰ ਪਿਛਲਾ ਮੁੱਦਾ ਰਹਿ ਜਾਣਾ ਜੀ। ਇਦਾਂ ਹੀ ਹੈ। ਔਰ ਤੁਸੀਂ ਦੇਖੋ ਜਿਹੜੇ ਕੈਨੇਡਾ ਨੂੰ ਅਸੀਂ ਸਾਰੇ ਤੁਰੇ ਜਾਂਦੇ ਆ, ਉੱਥੇ ਕਿੰਨੀ ਵਿਭਿੰਨਤਾ ਹੈ। ਬਿਲਕੁਲ, ਕਿੰਨੇ ਤਰ੍ਹਾਂ ਦੇ ਲੋਕ ਰਹਿੰਦੇ ਆ, ਲੇਕਿਨ ਉਹ ਇੱਕ ਸਿਸਟਮ ਵਰਕ ਕਰਦਾ, ਸਾਨੂੰ ਚੰਗਾ ਲੱਗਦਾ ਜੀ। ਅਸੀਂ ਉੱਥੇ ਕਿੱਕਲੀ ਪਾਉਂਦੇ ਆ, ਅਸੀਂ ਉੱਥੇ ਬੜੇ ਖੁਸ਼। ਮੈਂ ਕਿਹਾ ਜੀ, ਮੈਂ ਤੁਹਾਨੂੰ ਛੋਟਾ ਜਿਹਾ ਸਵਾਲ ਕਰਦਾ ਕਿ ਸਾਡੇ ਪੰਜਾਬੀ ਜਿਹੜੇ ਇਟਲੀ 'ਚ ਜਾ ਕੇ ਬਣ ਗਏ ਨੇ ਮੇਅਰ ਜੀ, ਕੋਈ ਇੱਕ ਕੈਨੇਡੀ ਮੂਲ ਦਾ ਬੰਦਾ ਦਿਖਾਓ ਜਿਹੜਾ ਇੱਥੇ ਕਦੇ ਕਾਉਂਸਲਰ ਨਹੀਂ ਬਣਿਆ ਹੋਵੇ। ਉਹ ਆਉਣਗੇ ਕੀ ਕਰਨ ਇੱਥੇ? ਮੈਂ ਕਿਹਾ ਜੀ, ਪਹਿਲੀ ਗੱਲ ਤੇ ਆਉਣਗੇ ਕੀ, ਪਰ ਦੂਸਰਾ ਇਹ ਦੇਖੋ ਕਿ ਜੇ ਤੁਹਾਡੇ ਚਲੇ ਗਏ ਨੇ ਤੇ ਉੱਥੇ ਮੈਂਬਰ ਪਾਰਲੀਮੈਂਟ ਵੀ ਬਣ ਗਏ ਨੇ। ਮੈਂ ਕਿਹਾ ਪੰਜਾਬੀਆਂ ਨੂੰ ਹਰੀਆਂ ਚਰਾਂਦਾਂ ਚਰਨ ਦਾ ਸ਼ੌਂਕ ਹੈ, ਇਹਨਾਂ ਨੂੰ ਜਿੱਥੇ ਹਰਿਆਲੀ ਦੇਖਦੀ ਜਾ ਵੜਦੇ ਆ। ਬਿਲਕੁਲ। ਸੋ ਗੱਲ ਇਹ ਹੈ ਕਿ ਜਿਹੜੀ ਤੁਹਾਡੀ ਆਪਣੀ ਚਰਾਂਦ ਹੈ ਇਹਨੂੰ ਵੀ ਹਰੀ ਭਰੀ ਕਰੋ। ਜਿਹੜਾ ਕਾਨੂੰਨਨ ਰਾਈਟ ਮਿਲਿਆ ਪਹਿਲਾਂ ਆਪਣੇ ਨੁਮਾਇੰਦੇ ਦੇ ਢੰਗ ਦੇ ਚੁਣ ਲਿਓ। ਬਿਲਕੁਲ। ਸੋ ਇਹ ਵੱਡਾ ਸਵਾਲ ਹੈ। ਸੁਖਬੀਰ ਸਿੰਘ ਬਾਦਲ ਨੂੰ ਕੁਝ ਫੈਸਲੇ ਸਖਤੀ ਨਾਲ ਲੈਣੇ ਚਾਹੀਦੇ ਆ, ਤੇ ਸੁਖਪਾਲ ਸਿੰਘ ਖਹਿਰਾ ਨੇ ਜਿਹੜਾ ਅੱਜ ਇੱਕ ਮੈਸੇਜ ਛੱਡਿਆ ਕਿ 5-6 ਪੁਰਾਣੇ ਚਿਹਰੇ ਛੋਟੇਪੁਰ ਤੇ ਗਵਾਚ ਗਏ ਸੀ, ਉਹਨਾਂ ਦਾ ਨਾਲ ਚੱਲੀ ਜਾਂਦਾ, ਚੰਗਾ ਹੁੰਦਾ ਨਾਲ ਲੈ ਆਉਂਦੇ। ਗਾਂਧੀ ਵੀ ਉਹਨਾਂ ਦੇ ਨਾਲ ਆ। ਸੋ ਇੰਜ ਲੱਗਦਾ ਕਿ ਪੰਜਾਬ 'ਚ ਤੀਜੀ ਧਿਰ ਬਣਨ ਵੱਲ ਵੀ ਗੱਲਾਂ ਤੁਰ ਪਈਆਂ। ਬਿਲਕੁਲ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।